ਇੱਕ ਅਧਿਆਇਨ ਦੇ ਵਿੱਚ ਨਾ ਅਧਿਆਪਕ ਨੇ ਕਲਾਸ ਨੂੰ ਦੂਜਿਆਂ ਦੀ ਸੇਵਾ ਕਰਨ ਦੇ ਮਹੱਤਵ ਬਾਰੇ ਦੱਸਿਆ। ਸਕੂਲ ਦੀ ਇੱਕ ਕਲਾਸ ਹੈ, ਕਲਾਸ ਦੇ ਵਿੱਚ ਦੱਸਿਆ ਗਿਆ ਅਧਿਆਪਕ ਵੱਲੋਂ ਕਿ ਤੁਸੀਂ ਮਨੁੱਖਤਾ ਦੀ ਸੇਵਾ ਕਰਨੀ ਹੈ, ਦੂਜਿਆਂ ਦੀ ਸੇਵਾ ਕਰਨੀ, ਔਰ ਇਹ ਸੇਵਾ ਜਦੋਂ ਤੁਸੀਂ ਕਰੋਗੇ ਤੇ ਤੁਹਾਡੀ ਕੀਤੀ ਹੋਈ ਸੇਵਾ ਤੇ ਰੱਬ ਜੀ ਪਰਮੇਸ਼ਰ ਜੀ ਖੁਸ਼ ਹੋਣਗੇ। ਅਧਿਆਪਕ ਵੱਲੋਂ ਸਾਰੀ ਇਹ ਸਿੱਖਿਆ ਦਿੱਤੀ ਗਈ ਤੇ ਇੱਕ ਉਦਾਹਰਣ ਨਾਲ ਦਿੱਤੀ ਕਿ ਸੇਵਾ ਹੁੰਦੀ ਕੀ ਹੈ। ਤੇ ਉਦਾਹਰਣ ਵਜੋਂ ਉਹਨੇ ਦੱਸਿਆ ਕਿ ਮੰਨ ਲਓ ਤੁਸੀਂ ਕਿਸੇ ਅਜਨਬੀ ਨੂੰ ਸੜਕ ਪਾਰ ਕਰਾ ਦਿੱਤੀ ਨਾ, ਸੜਕ ਵੀ, ਹੁਣ ਮੰਨ ਲਓ ਉਹ ਦੇਖਣ ਵਿੱਚ ਅਸਮਰਥ ਹੈ ਜਾਂ ਉਹ ਚੱਲਣ ਵਿੱਚ ਅਸਮਰਥ ਹੈ, ਤੁਸੀਂ ਇੱਕ ਅਜਨਬੀ ਨੂੰ ਜਿਹਨੂੰ ਤੁਸੀਂ ਜਾਣਦੇ ਪਛਾਣਦੇ ਨਹੀਂ ਪਰ ਲੋੜ ਸਮਝਦੇ ਹੋ ਕਿ ਉਹਨੂੰ ਇਸ ਵੇਲੇ ਸੜਕ ਪਾਰ ਕਰਨ ਦੇ ਲਈ ਤੁਹਾਡੀ ਹੈਲਪ ਦੀ ਜ਼ਰੂਰਤ ਹੈ, ਤੁਸੀਂ ਉਹਨੂੰ ਸੜਕ ਪਾਰ ਕਰਾ ਦਿੱਤੀ। ਇਹ ਵੀ ਤੁਹਾਡੀ ਸੇਵਾ ਦੇ ਵਿੱਚ ਹੀ ਆਉਂਦਾ ਹੈ। ਆਖੋ ਵਾਹਿਗੁਰੂ। ਬੱਚਿਆਂ ਨੂੰ ਸਮਝਾਉਣ ਦੇ ਲਈ ਇੱਕ ਐਗਜ਼ਾਮਪਲ ਦਿੱਤੀ ਅਧਿਆਪਕ ਨੇ ਤੇ ਅਗਲੇ ਦਿਨ ਉਹਨੇ ਕੁਝ ਹੋਰ ਉਦਾਹਰਣਾਂ ਦੇ ਕੇ ਸਮਝਾਇਆ ਬੱਚਿਆਂ ਨੂੰ ਕਿ ਸੇਵਾ ਇਦਾਂ ਹੁੰਦੀ ਹੈ ਮਨੁੱਖਤਾ ਦੀ। ਬੱਚਿਆਂ ਦੇ ਅੰਦਰ ਨਾ ਗੱਲ ਬਹਿ ਗਈ ਤੇ ਜਦੋਂ ਅਗਲਾ ਦਿਨ ਚੜ੍ਹਿਆ, 3 ਲੜਕੇ ਸੇਮ ਕਲਾਸ ਦੇ ਦੇਰ ਦੇ ਨਾਲ ਆਏ ਤੇ ਮਾਸਟਰ ਨੇ ਅਧਿਆਪਕ ਨੇ ਦੇਰ ਨਾਲ ਇੱਕ ਨੂੰ ਆਉਣ ਦਾ ਕਾਰਨ ਪੁੱਛਿਆ, ਤੂੰ ਦੇਰੀ ਨਾਲ ਕਿਉਂ ਆਇਆ? ਤੇ ਉਹ ਪਹਿਲੇ ਮੁੰਡੇ ਨੇ ਕਿਹਾ, ਜੀ ਮੈਨੂੰ ਇਸ ਲਈ ਦੇਰ ਹੋ ਗਈ ਕਿ ਮੈਂ ਇੱਕ ਬਜ਼ੁਰਗ ਔਰਤ ਨੂੰ ਸੜਕ ਪਾਰ ਕਰਾਉਣ ਦੇ ਵਿੱਚ ਉਹਦੀ ਹੈਲਪ ਕਰ ਰਿਹਾ ਸਾਂ। ਜਦੋਂ ਸੜਕ ਪਾਰ ਕਰ ਰਹੀ ਸੀ, ਉਹਦੀ ਸੜਕ ਪਾਰ ਕਰਨ ਦੇ ਵਿੱਚ ਮੈਂ ਉਹਦੀ ਮਦਦ ਕਰ ਰਿਹਾ ਸਾਂ, ਤਾਂ ਮੈਂ ਦੇਰ ਨਾਲ ਆਇਆ। ਅਧਿਆਪਕ ਨੇ ਸ਼ਾਬਾਸ਼ ਦਿੱਤੀ। ਦੂਜੇ ਕੋਲੋਂ ਪੁੱਛਿਆ, ਬਈ ਤੂੰ ਕਿਉਂ ਲੇਟ ਆਇਆ? ਕਹਿੰਦਾ, ਮੈਂ ਵੀ ਇੱਕ ਔਰਤ ਨੂੰ ਸੜਕ ਪਾਰ ਕਰਾਈ, ਸੜਕ ਪਾਰ ਕਰਾਉਣ ਦੇ ਵਿੱਚ ਉਹਦੀ ਮਦਦ ਕੀਤੀ, ਇਸ ਕਰਕੇ ਮੇਰੇ ਕੋਲੋਂ ਵੀ ਦੇਰੀ ਹੋ ਗਈ ਆਉਣ ਵਿੱਚ। ਅਧਿਆਪਕ ਬੜਾ ਹੈਰਾਨ। ਤੀਜੇ ਕੋਲੋਂ ਪੁੱਛਿਆ, ਤੀਜੇ ਨੇ ਵੀ ਇਹੋ ਹੀ ਜਵਾਬ ਦਿੱਤਾ। ਆਖੋ ਵਾਹਿਗੁਰੂ। ਕਿ ਮੈਂ ਵੀ ਇੱਕ ਬਜ਼ੁਰਗ ਔਰਤ ਨੂੰ ਸੜਕ ਪਾਰ ਕਰਨ ਦੇ ਵਿੱਚ ਉਹਦੀ ਮਦਦ ਕੀਤੀ, ਉਹਦੀ ਸਹਾਇਤਾ ਕੀਤੀ, ਤਾਂ ਮੈਂ ਦੇਰੀ ਨਾਲ ਆਇਆ। ਤੇ ਜਦੋਂ ਤਿੰਨੇ ਜਾਣਿਆਂ ਨੇ ਇੱਕੋ ਹੀ ਜਵਾਬ ਦਿੱਤਾ ਤੇ ਉਸ ਸਮੇਂ ਨਾ ਅਧਿਆਪਕ ਕਹਿੰਦਾ, ਤੁਹਾਨੂੰ ਤਿੰਨਾਂ ਜਾਣਿਆਂ ਨੂੰ 3 ਬਜ਼ੁਰਗ ਔਰਤਾਂ ਕਿਵੇਂ ਲੱਭ ਪਈਆਂ ਜਿਹੜੀਆਂ ਸੜਕ ਪਾਰ ਕਰਨਾ ਚਾਹੁੰਦੀਆਂ ਸਨ? ਤੁਹਾਨੂੰ ਤਿੰਨਾਂ ਜਾਣਿਆਂ ਨੂੰ 3 ਬਜ਼ੁਰਗ ਔਰਤਾਂ ਕਿਵੇਂ ਲੱਭ ਪਈਆਂ ਜਿਹੜੀਆਂ ਸੜਕ ਪਾਰ ਕਰਨਾ ਚਾਹੁੰਦੀਆਂ ਸਨ? ਕੋਈ ਬੰਦਾ ਕਿਉਂ ਨਹੀਂ ਲੱਭਿਆ ਜਾਂ ਕੋਈ ਬੱਚਾ ਕਿਉਂ ਨਹੀਂ? ਤਿੰਨਾਂ ਨੂੰ ਇੱਕੋ ਹੀ ਸਮੇਂ ਤੇ 3 ਔਰਤਾਂ ਕਿਵੇਂ ਲੱਭੀਆਂ? ਤੇ ਉਸ ਵੇਲੇ ਬੱਚੇ ਪਤਾ ਕੀ ਕਹਿੰਦੇ? ਕਹਿੰਦੇ, ਤੁਸੀਂ ਸਾਨੂੰ ਕਿਹਾ ਸੀ ਦੂਜਿਆਂ ਦੀ ਨਿਸ਼ਕਾਮਤਾ ਦੇ ਨਾਲ ਸੇਵਾ ਕਰਨੀ ਚਾਹੀਦੀ ਏ, ਇਸ ਲਈ ਅਸੀਂ ਉਸ ਬਜ਼ੁਰਗ ਔਰਤ ਨੂੰ 3 ਵਾਰੀ ਸੜਕ ਪਾਰ ਕਰਾਤੀ। ਕਹਦੇ ਵਾਹਿਗੁਰੂ। ਭਾਵੇਂ ਉਹ ਸੜਕ ਪਾਰ ਨਹੀਂ ਵੀ ਕਰਨਾ ਚਾਹੁੰਦੀ ਸੀ ਨਾ, ਤਾਂ ਵੀ ਅਸੀਂ ਉਹਨੂੰ ਸੜਕ ਪਾਰ ਕਰਵਾਈ ਏ। ਹੁਣ ਕਈ ਵਾਰੀ ਸਾਡੇ ਨਾਲ ਵੀ ਇਦਾਂ ਹੀ ਹੁੰਦਾ। ਆਖੋ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ, ਧੰਨ ਬਾਬਾ ਦੀਪ ਸਿੰਘ ਜੀ। ਕਈ ਵਾਰੀ ਅਸੀਂ ਵੀ ਕਿਸੇ ਮੈਸੇਜ ਨੂੰ, ਕਿਸੇ ਸੰਦੇਸ਼ ਨੂੰ ਗਲਤ ਸਮਝ ਲੈਂਦੇ ਆ। ਸਾਨੂੰ ਸੇਵਾ ਕਰਨੀ ਚਾਹੀਦੀ ਏ, ਪਰ ਪਿਆਰਿਓ ਇਹ ਸਾਡੀ ਰੂਹਾਨੀ ਯਾਤਰਾ ਦਾ ਅਟੁੱਟ ਅੰਗ ਬਣੇ। ਸੇਵਾ ਰੂਹਾਨੀ ਯਾਤਰਾ ਦਾ ਅਟੁੱਟ ਅੰਗ। ਤੇ ਪਿਆਰਿਓ ਪਰ ਹੁੰਦਾ ਕੀ ਏ, ਕਈ ਵਾਰੀ ਅਸੀਂ ਸੇਵਾ ਕਰਨ ਦਾ ਮਤਲਬ ਵੀ ਗਲਤ ਹੀ ਕੱਢ ਲੈਂਦੇ ਆ, ਜਿਵੇਂ ਉਹ ਬੱਚਿਆਂ ਨੇ ਕੱਢ ਲਿਆ। ਅਧਿਆਪਕ ਨੇ ਸਮਝਾਇਆ, ਨਿਸ਼ਕਾਮ ਹੋ ਕੇ ਸੇਵਾ ਕਰੋ। ਜਿੱਥੇ ਨਹੀਂ ਵੀ ਲੋੜ ਸੀ, ਉਹ ਬੱਚਿਆਂ ਨੇ ਵਾਰ-ਵਾਰ ਇੱਕੋ ਹੀ ਔਰਤ ਨੂੰ ਸੜਕ ਪਾਰ ਕਰਾਈ ਕਿ ਅਸੀਂ ਸੇਵਾ ਕਰ ਰਹੇ ਹਾਂ। ਇਦਾਂ ਨਹੀਂ। ਅਸਲੀਅਤ ਵਿੱਚ ਸੇਵਾ ਪਤਾ ਕੀ ਹੈ? ਆਖੋ ਵਾਹਿਗੁਰੂ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਈ ਵਾਰੀ ਇਹ ਵੇਖਣ ਵਿੱਚ ਆਉਂਦਾ ਹੈ, ਖਾਸ ਕਰਕੇ ਸਾਡੇ ਵਰਗਿਆਂ ਦੀ ਲਾਈਨ ਵਿੱਚ,
ਅਸੀਂ ਭਾਸ਼ਣ ਤਾਂ ਦਿੰਦੇ ਆ ਕਿਉਂਕਿ ਅਸੀਂ ਆਪਣੀ ਮਹਿਮਾ ਕਰਵਾਉਣੀ ਚਾਹੁੰਦੇ ਆ ਤੇ ਦੂਜਿਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ। ਬਸ ਇਸ ਕਰਕੇ ਭਾਸ਼ਣ ਦਿੰਦੇ ਆ, ਇਸ ਕਰਕੇ ਅਸੀਂ ਬੋਲਦੇ ਆ। ਪਰ ਇੱਕ ਮੇਰੀ ਬੇਨਤੀ ਹੈ, ਅਸਲੀਅਤ ਵਿੱਚ ਸੇਵਾ ਪਤਾ ਕੀ ਹੁੰਦੀ ਹੈ? ਅਸੀਂ ਦਾਨ ਕਰਦੇ ਆ ਕਿਉਂ? ਕਿਉਂਕਿ ਸਾਨੂੰ ਪ੍ਰਸ਼ੰਸਾ ਦੀ ਲੋੜ ਹੈ, ਸਾਨੂੰ ਸਿਫਤ ਦੀ ਲੋੜ ਹੈ, ਸਾਨੂੰ ਵਾਹ-ਵਾਹ ਦੀ ਲੋੜ ਹੈ ਕਿ ਅਸੀਂ ਦਾਨ ਕਰਦੇ ਆ ਇਹ ਚੀਜ਼ ਨੂੰ ਮੁੱਖ ਰੱਖ ਕੇ ਕਿ ਅਸੀਂ ਅਸਲੀਅਤ ਵਿੱਚ ਦੂਜਿਆਂ ਦੀ ਮਦਦ ਕਰਨੀ ਚਾਹੁੰਦੇ ਆ। ਇਹ ਦੋਵੇਂ ਗੱਲਾਂ 'ਚ ਫਰਕ ਬੜਾ ਹੈ। ਦਾਨ ਪੁੰਨ ਕਰਨਾ ਹੈ, ਪਰ ਦਾਨ ਪੁੰਨ ਕਰਨ ਦੇ ਮਗਰ ਜੇ ਤੇ ਆਪਣੀ ਪ੍ਰਸ਼ੰਸਾ ਹੈ, ਆਪਣੀ ਸੋਭਾ ਹੈ, ਆਪਣੀ ਵਡਿਆਈ ਹੈ, ਗੱਲ ਟਿਕਾਣੇ ਨਹੀਂ ਲੱਗੇਗੀ। ਦਾਨ ਪੁੰਨ ਕਰਨ ਦੇ ਸਮੇਂ ਪਿਆਰਿਆ, ਜੇ ਤੇਰੇ ਅੰਦਰ ਇਹ ਚੀਜ਼ ਹੈ ਨਾ, ਮੈਂ ਅਸਲੀਅਤ ਵਿੱਚ ਦੂਜਿਆਂ ਦੀ ਮਦਦ ਕਰਨੀ, ਫਿਰ ਗੁਰੂ ਰਾਮਦਾਸ ਤੇਰੇ ਅੰਗ ਸੰਗ ਹੋ ਕੇ ਵਰਤਣਗੇ। ਆਖੋ ਵਾਹਿਗੁਰੂ। ਤੇ ਕੋਸ਼ਿਸ਼ ਕਰ ਦਾਨ ਪੁੰਨ ਕਰਨ ਲੱਗਿਆ ਸਿਸਟਮ ਇਹੋ ਜਿਹਾ ਬਣਾ, ਇੱਕ ਹੱਥ ਦਾਨ ਕਰੇ ਤੇ ਦੂਜੇ ਨੂੰ ਪਤਾ ਵੀ ਨਾ ਲੱਗੇ। ਮੈਂ ਕਈ ਵਾਰੀ ਕੀਰਤਨ ਵਿੱਚ ਇਹ ਬੇਨਤੀ ਕਰਦਾ ਹੁੰਨਾ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ, ਕੁਝ ਸੇਵਾਵਾਂ, ਕੁਝ ਕੰਮ, ਕੁਝ ਜੀਵਨ ਦੀਆਂ ਅੱਛਾਈਆਂ, ਕੁਝ ਚੰਗਿਆਈਆਂ, ਕੁਝ ਗੁਣ ਇਹੋ ਜਿਹੇ ਵੀ ਹੋਣੇ ਚਾਹੀਦੇ ਨੇ ਤੇਰੇ ਕੋਲ ਜਿਨ੍ਹਾਂ ਗੁਣਾਂ ਦੇ ਗਵਾਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਹੋਣ, ਹੋਰ ਕਿਸੇ ਨੂੰ ਉਹ ਚੀਜ਼ ਬਾਰੇ ਪਤਾ ਹੀ ਨਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਧੰਨ ਬਾਬਾ ਦੀਪ ਸਿੰਘ ਜੀ। ਅਸੀਂ ਦਾਨ ਕਰਦੇ ਆ ਪ੍ਰਸ਼ੰਸਾ ਦੀ ਖਾਤਰ ਕਿ ਅਸਲੀਅਤ ਵਿੱਚ ਮਦਦ ਕਰਨਾ ਚਾਹੁੰਦੇ ਆ। ਇਹ ਦੋਵੇਂ ਗੱਲਾਂ 'ਚ ਫਰਕ ਹੈ। ਅਸੀਂ ਨਿਮਰਤਾ ਦੇ ਨਾਲ ਸੇਵਾ ਕਰਦੇ ਆ। ਨਿਮਰਤਾ ਦੇ ਨਾਲ ਕਿਉਂ ਨਿਮਰਤਾ ਦੇ ਨਾਲ ਸੇਵਾ ਕਰਦੇ ਆ? ਕਿ ਅਸੀਂ ਨਿਮਰਤਾ ਦੇ ਬਾਰੇ ਕੀ ਆਪਣੀ ਸਿਫਤ ਸੁਣਨੀ ਚਾਹੁੰਦੇ ਆ ਕਿ ਫਲਾਣਾ ਬੰਦਾ ਬੜਾ ਨਿਮਰ ਹੋ ਕੇ ਸੇਵਾ ਕਰਦਾ ਹੈ, ਫਲਾਣਾ ਤੇ ਬੜਾ ਹੀ ਨਿਮਾਣ ਹੈ। ਕਿ ਅਸਲੀਅਤ ਦੇ ਵਿੱਚ ਸਾਡਾ ਮਕਸਦ ਪਰ ਉਪਕਾਰ ਕਰਨਾ ਹੈ। ਇਹ ਦੋਵੇਂ ਗੱਲਾਂ 'ਚ ਫਰਕ ਹੈ ਕਿ ਅਸੀਂ ਨਿਮਾਣੇ ਬਣ ਕੇ ਸੇਵਾ ਕਰ ਰਹੇ, ਦਿਖਾਵੇ ਦੀ ਨਿਮਰਤਾ ਰੱਖੀ, ਨਿਮਾਣੇ ਬਣ ਕੇ ਸੇਵਾ ਕਰ ਰਹੇ ਆ ਕਿ ਸਾਡੀ ਨਿਮਰਤਾ ਦੀ ਵੀ ਕੋਈ ਸਿਫਤ ਕਰੇ ਕਿ ਅਸਲੀਅਤ ਵਿੱਚ ਸਾਡਾ ਮਕਸਦ ਪਰ ਉਪਕਾਰ ਕਰਨਾ ਹੈ। ਜੇ ਅਸਲੀਅਤ ਵਿੱਚ ਸਾਡਾ ਮਕਸਦ ਪਰ ਉਪਕਾਰ ਕਰਨਾ ਹੈ ਨਾ, ਤੇ ਫਿਰ ਸੱਚੀ ਗੱਲ ਏ ਸਤਿਗੁਰਾਂ ਨੇ ਸਟੈਂਪ ਲਾਤੀ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਧੰਨ ਬਾਬਾ ਦੀਪ ਸਿੰਘ ਜੀ। ਜਦ ਤੱਕ ਅਸੀਂ ਕਿਸੇ ਇਨਾਮ ਦੀ ਇੱਛਾ ਰੱਖੇ ਬਿਨਾ ਸੇਵਾ ਨਹੀਂ ਨਾ ਕਰਦੇ, ਅਸਲੀਅਤ ਦੇ ਵਿੱਚ ਉਦੋਂ ਤੱਕ ਸਾਡੀ ਉਹ ਸੇਵਾ ਨਿਰਸਵਾਰਥ ਹੋ ਹੀ ਨਹੀਂ ਸਕਦੀ। ਇਨਾਮ ਕੱਲਾ ਮਾਇਆ ਦਾ ਨਹੀਂ ਹੁੰਦਾ। ਇਨਾਮ ਇਹ ਵੀ ਹੈ ਕਿ ਮੇਰੀ 10 ਬੰਦੇ ਵਡਿਆਈ ਕਰਨ, ਮੈਂ ਫਲਾਣੇ ਗੁਰਦੁਆਰੇ ਸਾਰੇ ਪੱਖੇ ਲਵਾਏ ਨੇ, ਫਲਾਣੇ ਦਿਨ ਦਾ ਲੰਗਰ ਤੇ ਮੇਰੇ ਵੱਲੋਂ ਚੱਲਿਆ, ਫਲਾਣੀ ਜਗ੍ਹਾ ਤੇ ਸੇਵਾ ਚੱਲ ਰਹੀ ਸੀ, ਉਸ ਜਗ੍ਹਾ ਤੇ ਮੈਂ ਇੰਨੇ ਗੱਜ ਦੀ ਸੇਵਾ ਆਪ ਪਾਈ। ਆਖੋ ਵਾਹਿਗੁਰੂ ਵਾਹਿਗੁਰੂ। ਨਹੀਂ ਪਿਆਰਿਓ, ਜਦ ਤੱਕ ਪਿੱਛੇ ਸੋਭਾ ਹੈ, ਵਡਿਆਈ ਹੈ, ਇਨਾਮ ਲੈਣ ਦੀ ਇੱਛਾ ਰੱਖਣ ਦੀ, ਕੋਈ ਵੀ ਇੱਛਾ ਰੱਖਣ ਦੀ ਜੇ ਅੰਦਰ ਭਾਵਨਾ ਹੈ ਨਾ, ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨ ਦੀ ਜੇ ਅੰਦਰ ਇੱਛਾ ਹੈ, ਤੇ ਸਾਡੀ ਸੇਵਾ ਕਦੀ ਵੀ ਨਿਰਸਵਾਰਥ ਨਹੀਂ ਹੋ ਸਕਦੀ। ਨਿਰਸਵਾਰਥ ਹੋ ਕੇ, ਨਿਸ਼ਕਾਮਤਾ ਦੇ ਨਾਲ, ਕਾਮਨਾ ਰਹਿਤ ਹੋ ਕੇ ਸੇਵਾ ਜਦੋਂ ਕਰਾਂਗੇ, ਫਿਰ ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਦੀਆਂ ਦੋਵੇਂ ਬਖਸ਼ਿਸ਼ ਦੀਆਂ ਮੁੱਠਾਂ ਸਾਡੀ ਝੋਲੀ 'ਚ ਖੁੱਲਣਗੀਆਂ ਹੀ ਖੁੱਲਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਤੁਸੀਂ ਹੁਣੇ ਵੀਡੀਓ ਦਾ ਆਨੰਦ ਮਾਣਿਆ ਹੈ, ਮੇਰੀ ਸਨੇਮਰ ਬੇਨਤੀ ਆਪ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਔਰ ਬੈਲ ਆਈਕਨ ਨੂੰ ਜ਼ਰੂਰ ਦਬਾਇਓ ਤਾਂ ਜੋ ਰੋਜ਼ਾਨਾ ਦੇ ਕੀਰਤਨ ਦੀ ਔਰ ਨਵੇਂ ਬਚਨਾਂ ਦੀ ਅਪਡੇਟਸ ਤੁਹਾਡੇ ਤੱਕ ਪਹੁੰਚ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।